ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲ ਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਇਛ ਪੁਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹਾਲਤ ਪਲਤ ਸਵਾਰਿਓਨ, ਨਿਹਚਲ ਦਿੱਤੀਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬਹੁੜ ਨਾ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਮਾਹਾਂ ਦੇ ਇਸ ਵਿਚਾਰ ਦੇ ਅੰਦਰ ਜਿਸ ਤਰ੍ਹਾਂ ਮਹੀਨਿਆਂ ਦਾ ਆਗਾਜ਼ ਹੋਇਆ ਹੈ, ਮਾਘ ਮਹੀਨੇ ਦੀ ਵਿਚਾਰ ਹੋਈ। ਸੋ ਇਸ 12 ਮਾਹ ਮਹੀਨਿਆਂ ਦੀ ਲੜੀ ਦੇ ਅੰਦਰ ਜੇਕਰ ਦੇਸੀ ਮਹੀਨਿਆਂ ਨੂੰ ਦੇਖੀਏ ਤਾਂ ਇਹ ਅਖੀਰਲਾ ਸਾਲ ਦਾ ਮਹੀਨਾ ਹੈ। ਇਸ ਤੋਂ ਅੱਗੇ ਚੇਤ ਆਉਂਦਾ ਹੈ, ਜਿਸ ਨੂੰ ਅਸੀਂ ਦੇਸੀ ਸਾਲ ਦੀ ਆਰੰਭਤਾ ਵੀ ਕਹਿ ਸਕਦੇ ਹਾਂ। ਫੱਗਣ ਦੇ ਮਹੀਨੇ ਦੇ ਅੰਦਰ ਇਹ ਜੋ ਬਾਣੀ ਹੈ, ਰਾਗ ਮਾਝ ਹੈ। 12 ਮਾਹ ਦੇ ਸਿਰਲੇਖ ਦੇ ਅਧੀਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 136 ਉੱਪਰ ਸੁਸ਼ੋਭਿਤ ਹੈ। ਤੇ ਬਾਣੀ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹੈ। ਸਤਿਗੁਰੂ ਜੀ 12 ਮਾਹ ਦੀ ਆਰੰਭਤਾ ਦੇ ਵੇਲੇ ਸਾਨੂੰ ਮਨੁੱਖਾਂ ਨੂੰ ਸਮਝਾਉਣਾ ਕਰਦੇ ਹਨ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਐ ਪਰਮਾਤਮਾ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਮਨੁੱਖ ਪਰਮਾਤਮਾ ਦੇ ਅੱਗੇ ਜੋਦੜੀ ਕਰਦਾ ਹੈ। ਗੁਰੂ ਪਾਤਸ਼ਾਹ ਸਮਝਾਉਂਦੇ ਹਨ ਕਿ ਐ ਪਰਮਾਤਮਾ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਹੀ ਤੇਰੇ ਕੋਲੋਂ ਦੂਰ ਹਾਂ, ਤੇਰੇ ਤੋਂ ਵਿਛੜੇ ਹੋਏ ਹਾਂ। ਤੂੰ ਆਪਣੀ ਕਿਰਪਾ ਦੇ ਨਾਲ ਸਾਨੂੰ ਮੇਲ ਲੈ, ਤੇ ਤੇਰੇ ਤੋਂ ਬਿਨਾਂ ਸਾਡੀ ਹਾਲਤ ਕਿਹੋ ਜਿਹੀ ਹੈ। ਸਤਿਗੁਰੂ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਉਹ ਵੀ ਬਿਆਨ ਕਰਦੇ ਨੇ। ਧੇਨ ਦੁਧੇ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੇ ਨਾਹੀ ਦਾ। ਕਿ ਜਿਸ ਤਰ੍ਹਾਂ ਜਿਹੜੀ ਗਊ ਦੁੱਧ ਨਹੀਂ ਦਿੰਦੀ, ਉਹ ਕਿਸੇ ਕੰਮ ਨਹੀਂ ਆਉਂਦੀ। ਉਸ ਦਾ ਮਾਲਕ ਉਸ ਦਾ ਧਿਆਨ ਨਹੀਂ ਰੱਖਦਾ, ਉਸ ਨੂੰ ਪੱਠੇ ਆਦਿਕ ਨਹੀਂ ਪਾਉਂਦਾ। ਇਸੇ ਤਰ੍ਹਾਂ ਹੀ ਪਾਣੀ ਤੋਂ ਬਿਨਾਂ ਸ਼ਾਖ ਕੁਮਲਾ ਜਾਂਦੀ ਹੈ। ਪਾਣੀ ਸ਼ਾਖ ਦਾ ਆਧਾਰ ਹੈ, ਜੀਵਨ ਦਾ ਉਸ ਦੇ ਜੀਵਨ ਦਾ ਆਧਾਰ ਹੈ। ਇਸੇ ਤਰ੍ਹਾਂ ਹੀ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਹਾਂ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਬਾਹਰਲੇ ਜੀਵਨ ਦੇ ਅੰਦਰ ਰੁੱਤਾਂ ਬਦਲਦੀਆਂ ਨੇ, ਰੁੱਤਾਂ ਕੜਵਾਹਟ ਲੈਂਦੀਆਂ ਨੇ, ਅਤੇ ਉਸ ਦਾ ਆਲੇ ਦੁਆਲੇ ਦੇ ਉੱਪਰ ਇੱਕ ਗਹਿਰਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਹੀ ਮਨੁੱਖ ਦੇ ਅੰਦਰੂਨੀ ਭਾਵ ਦੇ ਅੰਦਰ ਵੀ ਕੁਝ ਰੁੱਤਾਂ ਬਦਲ ਰਹੀਆਂ ਨੇ, ਜਿਸ ਦਾ ਮਨੁੱਖ ਦੇ ਸੁਭਾਅ 'ਤੇ ਗਹਿਰਾ ਅਸਰ ਪਾਉਂਦਾ ਹੈ। ਤੇ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਫੱਗਣ ਦੇ ਮਹੀਨੇ ਦੇ ਮਾਧਿਅਮ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ। ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਦੇਖਿਆ ਜਾਵੇ ਥਾਂ ਬਰ ਥਾਂ ਵੱਖੋ ਵੱਖਰੀਆਂ ਐਗਜ਼ਾਮਪਲਾਂ ਦੇ ਕੇ, ਉਦਾਹਰਨਾਂ ਦੇ ਕੇ ਟੀਚਾ ਇੱਕ ਹੈ ਕਿ ਮਨੁੱਖ ਨੂੰ ਕਿਵੇਂ ਸਿੱਧੇ ਰਸਤੇ ਤੇ ਪਾਇਆ ਜਾਵੇ। ਜਿਹੜਾ ਮਨੁੱਖ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੀ ਐ ਬੰਦਿਆ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਸ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਤੈਨੂੰ ਇਹ ਇੱਕ ਚੰਗਾ ਮੌਕਾ ਪ੍ਰਾਪਤ ਹੋਇਆ, ਇੱਕ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ, ਇਸ ਦੇਹੀ ਨੂੰ ਪ੍ਰਾਪਤ ਕਰਨ ਦੇ ਲਈ ਦੇਵਤੇ ਵੀ ਪਰਮਾਤਮਾ ਦੇ ਅੱਗੇ ਜੋਦੜੀਆਂ ਕਰਦੇ ਨੇ, ਅਰਦਾਸਾਂ ਕਰਦੇ ਨੇ। ਸੋ ਗੁਰੂ ਪਿਆਰਿਓ, ਸਤਿਗੁਰੂ ਜੀ ਇਸ ਫੱਗਣ ਦੇ ਮਹੀਨੇ ਦੇ ਮਾਧਿਅਮ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ, ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਕਿ ਫੱਗਣ ਦੇ ਮਹੀਨੇ ਦੇ ਅੰਦਰ ਜਿਸ ਤਰ੍ਹਾਂ ਰੁੱਤ ਨੇ ਕੜਵਾਹਟ ਲਈ ਹੈ, ਮਾਂਗ ਦੇ ਪੋਹ ਦੀਆਂ ਸਰਦੀਆਂ ਤੋਂ ਬਾਅਦ ਮਾਂਗ ਦੇ ਅੰਦਰ ਉਹ ਸਰਦੀਆਂ ਘੱਟ ਹੋਈਆਂ ਨੇ, ਠੰਡ ਨੇ ਆਪਣਾ ਸਥਾਨ ਛੱਡਿਆ ਹੈ ਤੇ ਮਿੱਠੀ ਮਿੱਠੀ ਧੁੱਪ ਦਾ ਆਨੰਦ ਆ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਕਿ ਪਰਮਾਤਮਾ ਨੇ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਮਹਿਰਾਮਤ ਕੀਤੀ ਹੈ। ਤੇ ਸਤਿਗੁਰੂ ਜੀ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ, ਕਿ ਇਸ ਫੱਗਣ ਦੇ ਮਹੀਨੇ ਦੇ ਅੰਦਰ, ਕਿਉਂਕਿ ਜੇਕਰ ਬਾਹਰੀ ਤੌਰ ਤੇ ਦ੍ਰਿਸ਼ਟਾਂਤ ਲਿਆ ਜਾਵੇ ਕਿ ਅੱਗੇ ਹੋਲੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਹੋਲੀਆਂ ਦੇ ਅੰਦਰ ਜਿਹੜਾ ਤਿਉਹਾਰ ਹੈ ਉਹ ਰੰਗ ਦਾ ਤਿਉਹਾਰ ਹੈ। ਤੇ ਸਤਿਗੁਰੂ ਕਹਿੰਦੇ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਸਤਿਗੁਰੂ ਜੀ ਕਹਿੰਦੇ ਕਿ ਇਸ ਦੇ ਅੰਦਰ ਮਨੁੱਖ ਨੇ ਆਪਣਾ ਜਿਹੜਾ ਜੀਵਨ ਹੈ, ਜਿਹੜਾ ਆਤਮਿਕ ਜੀਵਨ ਹੈ, ਉਹਨਾਂ ਨੂੰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਣਾ ਹੈ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਕਿ ਜਿਨ੍ਹਾਂ ਦੇ ਚੋਲੇ ਉਸ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਸਤਿਗੁਰੂ ਜੀ ਆਖਦੇ ਕਿ ਉਹਨਾਂ ਨੂੰ ਕੰਤ ਮਿਲਿਆ ਹੈ। ਭਾਵ ਕਿ ਕੰਤ ਉਹਨਾਂ ਦੇ ਨਜ਼ਦੀਕ ਹੈ, ਉਹਨਾਂ ਦੇ ਨੇੜੇ ਕੰਤ ਹੈ, ਜਿਨ੍ਹਾਂ ਦੇ ਚੋਲੇ ਉਸ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ। ਤੇ ਸਤਿਗੁਰੂ ਜੀ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਕਿ ਫੱਗਣ ਦੇ ਮਹੀਨੇ ਦੇ ਅੰਦਰ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਹੈ ਭਾਈ, ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਹੈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਸੱਜਣ ਪ੍ਰਗਟਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਬਾਣੀ ਦੇ ਅੰਦਰ ਕਿ ਮਨੁੱਖ ਕਰ ਕੀ ਰਿਹਾ ਹੈ, ਮਨੁੱਖ ਦਾ ਜੀਵਨ ਕਿਹੋ ਜਿਹਾ ਬਣ ਗਿਆ ਹੈ। ਸਾਜਣ ਦੇਸ਼ ਵਦੇਸ਼ੜੀਏ ਸਨੇਹੜੇ ਦੇਂਦੀ, ਕਿ ਸੱਜਣ ਦੇਸ਼ ਦੇ ਵਿੱਚ ਹੈ, ਸੱਜਣ ਤਾਂ ਦੇਸ਼ ਦੇ ਵਿੱਚ ਹੈ ਤੇ ਸਨੇਹੜੇ ਕਿੱਥੇ ਦੇ ਰਹੀ ਹੈ, ਵਿਦੇਸ਼ਾਂ ਦੇ ਵਿੱਚ ਸਨੇਹੜੇ ਦੇ ਰਹੀ ਹੈ। ਭਾਵ ਕਿ ਉਹ ਪਰਮਾਤਮਾ ਹੈ ਕਿੱਥੇ ਆ, ਨੇੜੇ ਨਾਹੀਂ ਦੂਰ ਨਿਜ ਆਤਮੇ ਰਿਹਾ ਭਰਪੂਰ। ਉਹ ਪਰਮਾਤਮਾ ਤੇਰੇ ਹਿਰਦੇ ਘਟ ਦੇ ਵਿੱਚ ਵਸਿਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਿ ਉਹ ਪਰਮਾਤਮਾ ਤਾਂ ਘਟ ਘਟ ਦੇ ਵਿੱਚ ਵਿਰਾਜਮਾਨ ਹੈ। ਉਸ ਦੀ ਜੋਤ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੇ ਉਸ ਜੋਤ ਨੂੰ ਜਦੋਂ ਪਹਿਚਾਨਣਾ ਹੈ, ਉਹ ਕਿਸ ਤਰ੍ਹਾਂ ਪਹਿਚਾਨਣਾ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਉਹ ਪਰਮਾਤਮਾ ਦੀ ਜੋਤ ਤਾਂ ਸਭ ਦੇ ਵਿੱਚ ਵਿਦਵਾਨ ਹੈ, ਸਭ ਦੇ ਵਿੱਚ ਵਰਤ ਰਹੀ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਨੇੜੇ ਨਾਹੀਂ ਦੂਰ ਨਿਜ ਆਤਮੇ ਰਹਿਆ ਭਰਪੂਰ। ਤੇ ਸਤਿਗੁਰ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਕਿ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੇ ਉੱਪਰ ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਉਹਨਾਂ ਨੂੰ ਸੱਜਣ ਮਿਲ ਜਾਂਦਾ ਹੈ। ਭਾਵ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਸੰਸਾਰ ਦੇ ਕਿਣਕੇ ਦੇ ਵਿੱਚੋਂ, ਇਸ ਸੰਸਾਰ ਦੇ ਕਣ ਕਣ ਦੇ ਵਿੱਚੋਂ ਉਸ ਪਰਮਾਤਮਾ ਦੇ ਨਾਮ ਦਾ ਅਨੁਭਵ ਕਰਦੇ ਨੇ। ਭਾਵ ਕਿ ਉਹ ਪਰਮਾਤਮਾ ਨੂੰ ਅਨੁਭਵ ਕਰਦੇ ਨੇ। ਤੇ ਸਤਿਗੁਰ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ,
संत सहाई राम के, कर किरपा दिया मिलाए। कि किरपा कीती, बख्शिश कीती। सतगुरु गुरु पंचम पातशाह महाराज जद साहिब श्री गुरु ग्रंथ साहिब महाराज की संपादना की तो अंत दे विच सतगुरु जी ने फरमाया, तेरा कीता जातो नाही, मैनू जोग कितोई, मैं निर्गुण आरे को गुण नाही, आपे तरस प्योई, तरस पया महरामत होई, सतगुरु सज्जन मिलिया, नानक नाम मिले ता जीवा, तन मन थी वै हरिया। कि गल सतगुरु जी फिर नाम ते लैके छड्डदे ने कि मेरे जीवन दे अंदर जेकर नाम मिलदा है तां ही तन मन थीवे हरिया है, तां ही मेरा जीवन है। ते नाम तो बिना सतगुरु कहंदे नाम बिना जो पहरे खाहे, ज्यों कूकर जूठन में पाहे। कि नाम तो बिना, उस परमात्मा की भगती तो बिना, उस परमात्मा नूं चेते करन तो बिना सतगुरु कहंदे कि इस तरह है जिवें कूकर जूठ दे विच मूँह पांदा है। ते सतगुरु जी कहंदे ये परमात्मा दा नाम, उस परमात्मा की बख्शिश हुई किवें है। फल गुण आनंद उपार जना, हर सज्जन प्रगटे आए, संत सहाई राम के। संत सहाई ने राम दे, कर किरपा दिया मिलाए। किरपा करके, बख्शिश करके संगत दे विच आए, संगत कीती। ते सतगुरु कहंदे बिन भागां सत संग ना लभै, बिन संगत मैल भरीजै जियो। कि चंगे भागां तो बिना, चंगे कर्मां तो बिना संगत नसीब नहीं हुंदी। ते संगत दे विच ही संत पुरख मिलदे हन, संगत दे विच ही संत मिलदे हन। ते सतगुरु कहंदे सेज सुहावी सर्ब सुख, हुण दुखा नाही जाए, इछ पुन्नी वड भागणी वर पाया हर राय। कहंदे हुण जिहड़ी मेरी सेज है, जो मेरा अस्थान है, कहंदे सुखां दी हो गई है। भाव के मेरा पति मेरे कोल है, मेरा पति मेरे घर दे विच है। इत्थे पति सूचक लिया है परमात्मा तो। जेकर आपां चार लावां दी बाणी नूं पढ़ीए, चार लावां दी बाणी दा जिहड़ा पाठ है वो बेशक अकाल तख्त तो प्रमाणित रहत मर्यादा के मुताबक आनंद कारज लई कीता जाता है, पर जिहड़ा उसका अध्यात्मिक उपदेश है कि एक जीव रूपी इस्त्री, एक जीव रूपी इस्त्री दा किस तरह परमात्मा दे नाल मिलाप हुंदा है, सतगुरु जी वो समझाउण दा प्रयत्न करते हैं। ते सतगुरु जी इस 12 माह की बाणी के अंदर भी यही समझाउणा करते हैं कि एक जीवन रूपी यात्रा है जिहड़ी, एक जिहड़ा मनुख की यात्रा का प्रसंग है कि मनुख ने किस तरह आत्मा ने परमात्मा दे विच विलीन होना है, परमात्मा दे नाल किस तरह मिलना है। क्योंकि कहो कबीर ये राम की अंश, ये राम दी अंश है। ते सेज सुहावी सर्ब सुख, हुण दुखा नाही जाए। कहंदे कि हुण मेरी सेज है वो सुखां दी बन गई है। कारण क्योंकि मेरे जीवन दे विचों दुखां दा खात्मा हो गया है, मेरे जीवन दे विच दुख खत्म हो गए ने। कारण की है? क्योंकि मेरा पति मेरे घर दे विच है। जिस तरह एक इस्त्री लख प्रकार का शिंगार करे, अपने आप नूं सोहणी रखण दे लई लखां प्रकार का हार शिंगार लगावे, पर उनका हार शिंगार लगाया असफल है जेकर उसके पति नूं पसंद नहीं है। जेकर उसके पति नूं लगाया होया हार शिंगार मंजूर नहीं है तो उसका किया होया हार शिंगार व्यर्थ है। ते सतगुरु जी आखदे सेज सुहावी सर्ब सुख, हुण दुखां नाही जाए। कि हुण मेरी जिहड़ी सेज है सुखां दी बन गई है। कारण की है कि पति नेड़े है ना, पति कोल दे विच है। कि मेरे जीवन दे विच दुख तां है ही नहीं। दुख तां होवे जेकर पति कोल ना होवे। एक जीव रूपी इस्त्री उस समय ही दुखी हुंदी है जदों पति कोल नहीं है। हुण परमात्मा कोल है, पति कोल है, ते हुण जीवन दे विच सुख ने। सतगुरु कहंदे इछ पुन्नी वड भागणी वर पाया हर राए। कि मेरे जीवन दे विच इच्छा पूरियां करन वाला, इच्छा पूरक सर्ब सुखदाता हर जाके वस है काम तेना। सो ऐसा हर ध्याइए मेरे जीड़े तां सर्ब सुख पावे मेरे मना। हुण मैनू जीवन दे विच सारे सुखां दी प्राप्ति हो गई है।
ਮੈਨੂੰ ਜੀਵਨ ਦੇ ਵਿੱਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਤੇ ਸਤਿਗੁਰ ਕਹਿੰਦੇ ਹੋਈ ਕਿਉਂ ਏ? ਕਿਉਂਕਿ ਇੱਛਾ ਨੂੰ ਪੂਰਨ ਕਰਨ ਵਾਲਾ, ਜਿੰਦੇ ਵਸ ਦੇ ਵਿੱਚ ਕਾਮ ਧੇਨ ਗਊ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਕਿਉਂਕਿ ਜੀਵਨ ਦੇ ਵਿੱਚ ਜਿਹੜੀ ਇੱਛਾ ਨੂੰ ਪੂਰਨ ਕਰਨ ਵਾਲਾ ਹੈ, ਜੀਵਨ ਦੀ ਜਿਹੜੀਆਂ ਇੱਛਾਵਾਂ ਨੇ, ਮੈਂ ਆਪਣੇ ਟੀਚੇ ਨੂੰ ਪ੍ਰਾਪਤ ਕਰ ਲਿਆ ਹੈ। ਜਿਸ ਤਰ੍ਹਾਂ ਇੱਕ ਇਸਤਰੀ ਦਾ ਟੀਚਾ ਹੈ ਕਿ ਉਹਨੇ ਆਪਣੇ ਪਤੀ ਦੇ ਘਰ ਤੱਕ ਪਹੁੰਚਣਾ ਹੈ, ਆਪਣੇ ਪਤੀ ਦੇ ਘਰ ਤੱਕ ਜਾਣਾ ਹੈ, ਇਸੇ ਤਰ੍ਹਾਂ ਹੀ ਸਤਿਗੁਰ ਕਹਿੰਦੇ ਜੀਵ ਰੂਪੀ ਇਸਤਰੀ ਦਾ ਟਿਕਾਣਾ ਉਸ ਦਾ ਪ੍ਰਭੂ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਜੀਵ ਰੂਪੀ ਇਸਤਰੀ ਆਪਣੇ ਪ੍ਰਭੂ ਪਤੀ ਦੇ ਦਰ ਘਰ ਤੱਕ ਪਹੁੰਚ ਗਈ, ਹੁਣ ਉਸ ਦੀਆਂ ਸਾਰੀਆਂ ਇੱਛਾਵਾਂ, ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਤੇ ਸਤਿਗੁਰੂ ਜੀ ਜਦੋਂ ਆਪਾਂ ਵਿਆਹ ਦੇ ਸ਼ਬਦ ਪੜ੍ਹਦੇ ਹਾਂ, ਵਿਆਹ ਹੁਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ, ਤੇ ਸਤਿਗੁਰ ਕਹਿੰਦੇ ਅਕਾਲ ਮੂਰਤ ਵਰ ਪਾਇਆ ਅਬਿਨਾਸ਼ੀ, ਨਾ ਕਦੇ ਮਰੇ ਨਾ ਜਾਇਆ। ਕਿ ਜੀਵ ਰੂਪੀ ਇਸਤਰੀ ਨੇ ਉਹ ਵਰ ਪਾ ਲਿਆ ਹੈ, ਉਹ ਪਤੀ ਪਾ ਲਿਆ ਹੈ ਜਿਹੜਾ ਮਰਦਾ ਨਹੀਂ ਹੈ, ਕਦੇ ਜਾਂਦਾ ਨਹੀਂ ਹੈ, ਭਾਵ ਕਿ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਗਈ ਹੈ। ਹੁਣ ਜੀਵਨ ਦੀ ਅਸਲ ਸਚਾਈ, ਜੀਵਨ ਦਾ ਅਸਲ ਰਹੱਸ, ਜੀਵਨ ਦਾ ਅਸਲ ਰਹੱਸ ਉਸ ਜੀਵ ਰੂਪੀ ਇਸਤਰੀ ਨੂੰ ਸਮਝ ਆ ਗਿਆ ਏ। ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ। ਕਿ ਜਿਵੇਂ ਇੱਕ ਇਸਤਰੀ ਦਾ ਅੰਤਿਮ ਟੀਚਾ, ਇੱਕ ਮਾਂ-ਬਾਪ ਦੇ ਘਰ ਬੇਟੀ ਹੈ, ਵੱਡੀ ਹੋਈ ਹੈ, ਮਾਂ-ਬਾਪ ਉਸ ਬੇਟੀ ਦਾ ਕਾਜ ਰਚਾਉਂਦੇ ਨੇ, ਵਿਆਹ ਕਰਦੇ ਨੇ, ਮੰਗਲ ਗੀਤ ਗਾਏ ਜਾਂਦੇ ਨੇ। ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਭਗਤ ਜਨ ਹਨ, ਉਸ ਪਰਮਾਤਮਾ ਨੂੰ ਚੇਤਾ ਕਰਨ ਵਾਲੇ ਹਨ ਕਿ ਜਦੋਂ ਉਹ ਪਰਮਾਤਮਾ ਦੇ ਦਰ ਘਰ ਤੱਕ ਪਹੁੰਚ ਜਾਂਦੇ ਹਨ ਤੇ ਸਤਿਗੁਰੂ ਆਖਦੇ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ। ਉਹ ਪਰਮਾਤਮਾ ਦੀ ਭਗਤੀ ਦੇ ਗੀਤ ਗਾਉਂਦੀਆਂ ਹਨ। ਸਤਿਗੁਰੂ ਕਹਿੰਦੇ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ। ਉਹਨਾਂ ਨੂੰ ਹਰੀ ਤੋਂ ਇਲਾਵਾ, ਉਹਨਾਂ ਨੂੰ ਪਰਮਾਤਮਾ ਤੋਂ ਇਲਾਵਾ ਕੋਈ ਦੂਜਾ ਦਿਸਦਾ ਹੀ ਨਹੀਂ ਹੈ, ਕਿਉਂਕਿ ਉਹ ਅਕਾਲ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦੇ ਵਿੱਚ, ਉਸ ਦੀ ਪੂਜਾ ਦੇ ਵਿੱਚ ਵਿਸ਼ਵਾਸ ਕਰਦੇ ਨੇ। ਕਿ ਜਿਸ ਤਰ੍ਹਾਂ ਇੱਕ ਸੁਹਾਗਣ ਇਸਤਰੀ ਹੈ, ਜਿਹੜੀ ਪਤੀਵਰਤਾ ਇਸਤਰੀ ਹੈ, ਜਿਸ ਨੂੰ ਸਮਾਜ ਪ੍ਰਤੀਵਰਤਾ ਕਹਿੰਦਾ ਹੈ, ਅਸਲ ਮਾਇਨਿਆਂ ਦੇ ਵਿੱਚ ਪਤੀਵਰਤਾ ਉਹ ਹੈ ਕਿ ਜਿਹੜਾ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵੱਲ ਭੈੜੀ ਨਜ਼ਰ ਵੱਲ ਨਾ ਦੇਖੇ। ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਦੇ ਭਗਤ ਜਨ ਹਨ, ਜਿਹੜੇ ਉਸ ਦੀ ਸੇਵਾ ਕਰਦੇ ਹਨ, ਜਿਹੜੇ ਉਸ ਨੂੰ ਚੇਤਾ ਕਰਦੇ ਹਨ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ, ਜਿਹੜੇ ਉਹਨੂੰ ਯਾਦ ਰੱਖਦੇ ਹਨ, ਉਹਨਾਂ ਦਾ ਕੀ ਟੀਚਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਛੁੱਟ ਉਹ ਹੋਰ ਕਿਸੇ ਦੀ ਉਪਾਸਨਾ ਨਹੀਂ ਕਰਦੇ, ਹੋਰ ਕਿਸੇ ਨੂੰ ਚੇਤਾ ਨਹੀਂ ਕਰਦੇ। ਸਤਿਗੁਰ ਕਹਿੰਦੇ ਹਰ ਜਿਹਾ ਅਵਰ ਨਾ ਦਿਸਈ, ਉਹਨਾਂ ਦੀ ਨਿਗਾਹ ਦੇ ਵਿੱਚ ਹਰੀ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ, ਨਾ ਕੋਈ ਹੈ ਤੇ ਨਾ ਕੋਈ ਹੋ ਸਕਦਾ ਹੈ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ, ਹਲਤ ਪਲਤ ਸਵਾਰਿਓਨ। ਕਿਉਂਕਿ ਉਹਨਾਂ ਦਾ ਹਲਤ ਪਲਤ, ਉਹਨਾਂ ਦਾ ਆਉਣਾ, ਉਹਨਾਂ ਦਾ ਜਾਣਾ, ਉਹਨਾਂ ਦਾ ਇੱਥੇ, ਉਹਨਾਂ ਦਾ ਅੱਗੇ ਕੌਣ ਸਵਾਰਦਾ? ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਜਾਏ। ਕਿ ਉਹ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਨੂੰ ਚੇਤੇ ਹੀ ਨਹੀਂ ਕਰਦੇ, ਯਾਦ ਹੀ ਨਹੀਂ ਕਰਦੇ। ਉਹਨਾਂ ਦੇ ਜੀਵਨ ਦਾ ਜਿਹੜਾ ਆਧਾਰ ਹੈ ਨਾ, ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਉਹਨਾਂ ਦਾ ਜੀਵਨ ਦਾ ਜਿਹੜਾ ਆਧਾਰ ਹੈ ਉਹ ਗੁਰਬਾਣੀ ਹੀ ਹੈ। ਉਹ ਗੁਰਬਾਣੀ ਦੇ ਅਨੁਸਾਰੀ ਹੀ ਹੋ ਕੇ ਆਪਣਾ ਜੀਵਨ ਬਸਰ ਕਰਦੇ ਨੇ। ਇਤਿਹਾਸ ਦੇ ਵਿੱਚੋਂ ਝਾਤੀ ਮਾਰ ਲਈਏ ਕਿ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਗੁਰਬਾਣੀ ਦੇ ਨਾਲ ਪ੍ਰੇਮ ਹੈ, ਉਹ ਭਾਵੇਂ ਬੰਦ ਕੱਟਿਆ ਜਾ ਰਿਹਾ ਹੋਵੇ, ਭਾਵੇਂ ਸ਼ੀਸ਼ ਦੇ ਉੱਪਰ ਆਰਾ ਹੀ ਕਿਉਂ ਨਾ ਚੱਲਦਾ ਹੋਵੇ, ਭਾਵੇਂ ਉਹਨਾਂ ਨੂੰ ਦੇਗਾਂ ਦੇ ਵਿੱਚ ਹੀ ਕਿਉਂ ਨਾ ਉਬਾਲਿਆ ਜਾਂਦਾ ਹੋਵੇ, ਤਾਂ ਵੀ ਉਹ ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਗੇ। ਉਹ ਗਾਉਂਦੇ ਨੇ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ। ਜੇ ਭੁੱਖ ਦੇਹ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ।
ਸੁਖ ਦੁਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ। ਕਿਉਂਕਿ ਉਹਨਾਂ ਨੂੰ ਗੁਰਬਾਣੀ ਦੇ ਮਾਧਿਅਮ ਦੇ ਰਾਹੀਂ, ਗੁਰਬਾਣੀ ਦੇ ਆਸਰੇ ਦੇ ਰਾਹੀਂ ਜੀਵਨ ਦੇ ਅਸਲ ਸੰਕਲਪ ਦਾ ਪਤਾ ਲੱਗ ਜਾਂਦਾ ਹੈ ਕਿ ਦੁੱਖ ਤੇ ਸੁੱਖ ਜੀਵਨ ਦੇ ਕੱਪੜੇ ਹਨ, ਪਹਿਨਣੇ ਪੈਣਗੇ। ਜੇ ਉਹ ਪਰਮਾਤਮਾ ਸੁੱਖ ਦੇ ਰਿਹਾ ਹੈ ਤਾਂ ਵੀ ਉਸ ਦਾ ਹੁਕਮ ਹੈ, ਜੇਕਰ ਉਹ ਦੁੱਖ ਦੇ ਰਿਹਾ ਹੈ ਤਾਂ ਵੀ ਉਸ ਦਾ ਭਾਣਾ ਹੈ। ਕਿਉਂਕਿ ਸਤਿਗੁਰ ਕਹਿੰਦੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੋ ਕੁਝ ਵੀ ਹੋ ਰਿਹਾ ਹੈ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ, ਉਸ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਤੋਂ ਭਾਵ ਰੱਬੀ ਇੱਛਾ ਦੇ ਮੁਤਾਬਕ ਹੋ ਰਿਹਾ ਹੈ। ਜਿਸ ਤਰ੍ਹਾਂ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਸਭ ਕੁਝ ਉਸ ਦੇ ਭੈ ਦੇ ਵਿੱਚ ਚੱਲਦਾ ਹੈ। ਸਤਿਗੁਰੂ ਆਖਦੇ ਕਿ ਐ ਮਨੁੱਖ, ਜਿਹੜਾ ਮਨੁੱਖ ਉਸ ਪਰਮਾਤਮਾ ਦੇ ਭੈ ਦੇ ਵਿੱਚ ਚੱਲਣ ਲੱਗ ਪੈਂਦਾ ਹੈ, ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਜਾਏ, ਉਹਦਾ ਹਲਤ ਪਲਤ ਸੌਰ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨਾ ਜਨਮੈ ਧਾਏ, ਭਾਵ ਕਿ ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ। ਜਿਹੜਾ ਮਨੁੱਖ ਵਾਰ-ਵਾਰ ਆਪਣੇ ਜੀਵਨ ਦੇ ਵਿੱਚ ਜੰਮਦਾ ਮਰਦਾ ਹੈ, ਮਨੁੱਖ ਦੀ ਬਿਰਤੀ ਜੰਮਣ ਮਰਨ ਵੱਲ ਹੋ ਜਾਂਦੀ ਹੈ। ਕਿ ਸਤਿਗੁਰ ਆਖਦੇ ਨੇ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖਿਓਨ ਬਹੁੜ ਨਾ ਜਨਮੈ ਧਾਏ। ਉਹ ਮੁੜ ਕੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਸਤਿਗੁਰ ਕਹਿੰਦੇ ਇਹਨਾਂ ਸਮੁੱਚੇ ਜਨਮ ਮਰਨ ਤੋਂ ਉਹ ਮਨੁੱਖ ਬਾਹਰ ਹੋ ਜਾਂਦਾ ਹੈ। ਕਿਉਂਕਿ ਉਸ ਦਾ ਜਿਹੜਾ ਅੰਤਿਮ ਟੀਚਾ ਹੈ, ਜਿਹੜਾ ਉਸ ਦਾ ਅੰਤਮ ਟੀਚਾ ਹੈ, ਮਨੁੱਖ ਉਸ ਦੇ ਉੱਪਰ ਪੂਰਾ ਪਹੁੰਚ ਜਾਂਦਾ ਹੈ। ਸਤਿਗੁਰੂ ਆਖਦੇ ਇਸ ਫੱਗਣ ਦੇ ਮਹੀਨੇ ਦੇ ਮਾਧਿਅਮ ਦੇ ਰਾਹੀਂ ਸਤਿਗੁਰੂ ਜੀ ਅੰਤ ਦੇ ਵਿੱਚ ਸਮਝਾਉਂਦੇ ਨੇ ਅਖੀਰਲੀਆਂ ਪੰਕਤੀਆਂ ਦੇ ਅੰਦਰ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕਰ ਊਚ ਭਗਵਾਨਾ। ਕੀ ਐ ਮੇਰੇ ਮਾਲਕ, ਮੈਂ ਇੱਕ ਜਿਹਵਾ ਦੇ ਨਾਲ, ਆਪਣੀ ਇਸ ਇੱਕ ਜਿਹਵਾ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਕਿ ਮੇਰੀ ਇੱਕ ਜਿਹਵਾ ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਕਿ ਤੇਰੇ ਗੁਣ ਬਹੁਤੇ ਨੇ ਦਾਤਾ, ਮੈਂ ਤਾਂ ਇੱਕ ਦਾ ਵੀ ਪਾਰ ਉਤਾਰਾ ਨਹੀਂ ਕਰ ਸਕਦਾ, ਮੈਂ ਤਾਂ ਇੱਕ ਦਾ ਵੀ ਪਾਰ ਨਹੀਂ ਪਾ ਸਕਦਾ। ਤੇ ਸਤਿਗੁਰ ਕਹਿੰਦੇ ਫਲ ਗੁਣ ਨਿਤ ਸਲਾਹੀ ਹੈ, ਜਿਸਨੋਂ ਤਿਲ ਨਾ ਤਮਾਏ। ਕਿ ਫੱਗਣ ਦੇ ਮਹੀਨੇ ਦੇ ਅੰਦਰ ਸਤਿਗੁਰੂ ਕਹਿੰਦੇ ਕਿ ਕੀ ਸਲਾਹਣਾ ਕਰੀਏ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਈਆਂ ਹਨ ਭਾਈ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲ ਹੈ। ਤੇ ਸਤਿਗੁਰੂ ਜੀ ਇਸ ਫੱਗਣ ਦੇ ਮਹੀਨੇ ਤੋਂ ਬਾਅਦ ਸਤਿਗੁਰੂ ਜੀ ਜਿਹੜਾ 12 ਮਾਹ ਦਾ ਅਖੀਰਲਾ ਸ਼ਬਦ ਹੈ, ਉਸ ਦੇ ਮਾਧਿਅਮ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ, ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਕਿ ਭਾਵੀ ਕਿ ਮਹਾ ਦਿਵਸ ਮਹੂਰਤ ਉਹਨਾਂ ਮਨੁੱਖਾਂ ਲਈ ਭਲੇ ਨੇ ਜਿਹੜੇ ਸਮਾਂ ਉਸ ਪਰਮਾਤਮਾ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਬਤੀਤ ਹੋਏ। ਭਾਈ ਉਹੀ ਸਮਾਂ ਚੰਗਾ ਹੈ ਜਿਹੜਾ ਸਮਾਂ ਇਸ ਸੰਸਾਰੀ ਕਾਰ ਵਿਹਾਰ ਦੇ ਅੰਦਰ ਭਾਵ ਕਿ ਅਜਾਈ, ਜਿਸ ਦਾ ਕੋਈ ਫਾਇਦਾ ਨਹੀਂ ਹੈ, ਉਸ ਦੇ ਵਿੱਚ ਬਤੀਤ ਹੋਵੇ। ਸਤਿਗੁਰ ਕਹਿੰਦੇ ਉਹ ਸਮਾਂ ਚੰਗਾ ਨਹੀਂ ਹੈ। ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਐਕ ਪਰਮਾਤਮਾ ਸਾਡੇ ਉੱਪਰ ਅਪਾਰ ਕਿਰਪਾ ਕਰ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ। ਕਿ ਆਪਣਾ ਜਿਹੜਾ ਮਨ ਹੈ ਤੇਰਾ ਲੋਚਦਾ ਹੈ ਗੁਰੂ ਦੇ ਦਰਸ਼ਨਾਂ ਦੇ ਲਈ ਲੋਚੇ। ਤੂੰ ਗਾਵੇਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਇੰਨੀਆਂ ਵਿਚਾਰਾਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਮੁਆਫੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ, ਕਥਾ, ਕੀਰਤਨ, ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।